ਖਾਲਸਾ ਪੰਥ ਦੇ ਪ੍ਰਗਟ ਦਿਹਾੜੇ ਤੇ ਸਾਜਣਾ ਦਿਵਸ ਤੇ ਜਿਹੜਾ ਹੈ ਵਧਾਈਆਂ ਦਿੱਤੀਆਂ ਗਈਆਂ, ਜਿਸ ਦੇ ਵਿੱਚ ਜਸਟਿਨ ਟਰੂਡੋ ਜੋ ਕਿ ਕੈਨੇਡਾ ਦੇ ਜਿਹੜੇ ਹੈਗੇ ਆ ਪ੍ਰਧਾਨ ਮੰਤਰੀ ਹੈਗੇ ਆ ਤੇ ਉਹਨਾਂ ਤੋਂ ਇਲਾਵਾ ਪ੍ਰਿੰਸ ਚਾਰਲਸ ਵੱਲੋਂ ਤੇ ਈਵਨ ਕਿ ਇਸ ਵਾਰ ਯੂਨਾਈਟਿਡ ਨੇਸ਼ਨ ਵੱਲੋਂ ਵੀ ਜਿਹੜਾ ਹੈ ਪੂਰੀ ਸਿੱਖ ਕੌਮ ਨੂੰ ਜਿਹੜਾ ਹੈ ਵਧਾਈਆਂ ਦਿੱਤੀਆਂ ਗਈਆਂ। ਭਾਰਤ ਦੇ ਵਿੱਚ ਕੁਝ ਜਿਹੜੇ ਜਰਨਲਿਸਟ ਹੈਗੇ ਨੇ ਉਹਨਾਂ ਵੱਲੋਂ ਜਿਹੜਾ ਹੈ ਇਸ ਗੱਲ ਦਾ ਖਦਸ਼ਾ ਜ਼ਾਹਿਰ ਕੀਤਾ ਗਿਆ, ਵਿਰੋਧ ਕੀਤਾ ਗਿਆ। ਉਹ ਸਿੱਖਾਂ ਨੂੰ ਐਜ਼ ਏ ਨਿਆਰੀ ਕੌਮ ਆ ਜਿਹੜੀ ਉਹ ਪ੍ਰਵਾਨ ਨਹੀਂ ਕਰਨਾ ਚਾਹੁੰਦੇ। ਕਹਿੰਦੇ ਵੀ ਵਿਸਾਖੀ ਦਾ ਧਰਮ ਨਾਲ ਕੋਈ ਸੰਬੰਧ ਨਹੀਂ। ਤੁਸੀਂ ਤਾਂ ਯਾਰ ਕਰੋਨਾ ਦਾ ਵੀ ਧਰਮ ਨਾਲ ਸੰਬੰਧ ਪੈਦਾ ਕਰਤਾ। ਟਵਿੱਟਰ ਤੇ ਜਿਹੜਾ ਹੈ ਇੱਕ ਕੈਂਪੇਨ ਟਾਈਪ ਆਪਾਂ ਕਹਿ ਸਕਦੇ ਹਾਂ ਚਲਾਈ ਗਈ ਹੈ। ਕਿਹਾ ਗਿਆ ਕਿ ਵਿਸਾਖੀ ਦਾ ਧਰਮ ਦੇ ਨਾਲ ਕੋਈ ਸੰਬੰਧ ਨਹੀਂ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਅਕਾਲ ਚੈਨਲ ਤੇ ਸਵਾਗਤ ਹੈ ਆਪ ਜੀ ਦਾ ਪ੍ਰੋਗਰਾਮ ਨਿਊਜ਼ ਪੁਆਇੰਟ ਦੇ ਵਿੱਚ। ਤੇ ਅੱਜ ਹਮੇਸ਼ਾ ਦੀ ਤਰ੍ਹਾਂ ਸਾਡੇ ਨਾਲ ਜੁੜ ਚੁੱਕੇ ਨੇ ਜਰਨਲਿਸਟ ਅਵਤਾਰ ਸਿੰਘ ਜੀ ਵਾਲਸੋਲ ਤੋਂ। ਆਓ ਉਹਨਾਂ ਦਾ ਸਵਾਗਤ ਕਰੀਏ। ਅਵਤਾਰ ਸਿੰਘ ਜੀ, ਸਵਾਗਤ ਹੈ ਆਪ ਜੀ ਦਾ ਪ੍ਰੋਗਰਾਮ ਨਿਊਜ਼ ਪੁਆਇੰਟ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸ਼ੁਰੂਆਤ ਅੱਜ ਆਪਾਂ ਕਰਨੀ ਹੈਗੀ ਆ ਕਿ ਪਿਛਲੇ ਦਿਨੀ ਜਿਹੜਾ ਹੈਗਾ ਕਿ ਦੁਨੀਆ ਦੇ ਜਿਹੜੇ ਵੱਡੇ ਆਗੂਆਂ ਦੇ ਵੱਲੋਂ ਖਾਲਸਾ ਪੰਥ ਦੇ ਪ੍ਰਗਟ ਦਿਹਾੜੇ ਤੇ ਸਾਜਣਾ ਦਿਵਸ ਤੇ ਜਿਹੜਾ ਹੈ ਵਧਾਈਆਂ ਦਿੱਤੀਆਂ ਗਈਆਂ, ਜਿਸ ਦੇ ਵਿੱਚ ਜਸਟਿਨ ਟਰੂਡੋ ਜੋ ਕਿ ਕੈਨੇਡਾ ਦੇ ਜਿਹੜੇ ਹੈਗੇ ਆ ਪ੍ਰਧਾਨ ਮੰਤਰੀ ਹੈਗੇ ਆ ਤੇ ਉਹਨਾਂ ਤੋਂ ਇਲਾਵਾ ਪ੍ਰਿੰਸ ਚਾਰਲਸ ਵੱਲੋਂ ਤੇ ਈਵਨ ਕਿ ਇਸ ਵਾਰ ਯੂਨਾਈਟਿਡ ਨੇਸ਼ਨ ਵੱਲੋਂ ਵੀ ਜਿਹੜਾ ਹੈ ਪੂਰੀ ਸਿੱਖ ਕੌਮ ਨੂੰ ਜਿਹੜਾ ਹੈ ਵਧਾਈਆਂ ਦਿੱਤੀਆਂ ਗਈਆਂ। ਇਹਦੇ ਬਾਰੇ ਤੁਸੀਂ ਕੀ ਕਹੋਗੇ? ਹਾਂਜੀ, ਵੈਸੇ ਤਾਂ ਰਵਾਇਤ ਹੀ ਚੱਲੀ ਆਉਂਦੀ ਆ ਵੀ ਕੋਈ ਵੀ ਕਿਸੇ ਧਰਮ ਦਾ ਖਾਸ ਕੋਈ ਵੱਡਾ ਫੈਸਟੀਵਲ ਹੋਵੇ ਨਾ, ਆਪਾਂ ਇੱਥੇ ਹੁਣ ਯੂਰਪ ਵਿੱਚ ਵੀ ਦੇਖਦੇ ਹੈਗੇ ਆ ਵੀ ਆਪਣੇ ਯੂਕੇ ਦੀ ਸਰਕਾਰ ਵੱਲੋਂ ਵੀ ਈਵਨ ਦੀਵਾਲੀ ਤੇ ਵੀ ਆਉਂਦਾ ਹੈਗਾ, ਈਦ ਮੁਬਾਰਕ ਤੇ ਵੀ ਆਉਂਦਾ ਹੈਗਾ ਤੇ ਵਿਸਾਖੀ ਤੇ ਵੀ। ਇਹ ਤਿੰਨ ਪ੍ਰੋਗਰਾਮਾਂ ਤੇ ਤਾਂ ਘੱਟ ਗਿਣਤੀਆਂ ਨਾਲ ਸੰਬੰਧਿਤ ਆਪਾਂ ਨੂੰ, ਕਿਉਂਕਿ ਹੋਰ ਕੌਮਾਂ ਬਾਰੇ ਨਹੀਂ ਪਤਾ ਵੀ ਜਿਹੜੀਆਂ ਅਫਰੀਕਨ ਕੌਮਾਂ ਨੇ ਜਾਂ ਪੁਰਤਗੀਜ਼ ਨੇ ਜਾਂ ਕੋਈ ਹੋਰ ਕੌਮਾਂ ਦੇ ਜਿਹੜੇ ਉਹ ਆਉਂਦੇ। ਈਵਨ ਮੇਰਾ ਖਿਆਲ ਚਾਈਨਾ ਦਾ ਜਿਹੜਾ ਨਵਾਂ ਵਰ੍ਹਾ ਆਉਂਦਾ ਤੇ ਚਾਈਨਾ ਦੇ ਨਵੇਂ ਵਰ੍ਹੇ ਦੇ ਦਿਨ ਤੇ ਵੀ ਉਹ ਇੱਕ ਤਰ੍ਹਾਂ ਨਾਲ ਵਧਾਈਆਂ ਦਿੱਤੀਆਂ ਜਾਂਦੀਆਂ। ਸੋ ਇੱਕ ਪ੍ਰੋਟੋਕੋਲ ਹੈਗਾ, ਉਸ ਪ੍ਰੋਟੋਕੋਲ ਦੇ ਤਹਿਤ ਜਦੋਂ ਵਿਸਾਖੀ ਦਾ ਆਉਂਦਾ ਹੈਗਾ, ਈਵਨ ਵਿਸਾਖੀ ਵੇਲੇ ਤਾਂ ਭਾਰਤ ਦੇ ਪ੍ਰਧਾਨ ਮੰਤਰੀ ਵੱਲੋਂ ਵੀ ਆਉਂਦੀਆਂ ਜਾਂ ਗੁਰੂ ਸਾਹਿਬ ਦੇ ਪੁਰਬ ਵੇਲੇ ਮੇਨ ਈਵੈਂਟਸ ਤੇ ਉਹਨਾਂ ਵੱਲੋਂ ਵੀ ਆਉਂਦੀਆਂ ਤੇ ਈਵਨ ਯੂਕੇ ਵੱਲੋਂ ਤਾਂ ਖਾਸ ਤੌਰ ਤੇ ਆਉਂਦੀਆਂ ਵਿਸਾਖੀ ਤੇ, ਔਰ ਕੈਨੇਡਾ ਦੇ ਪ੍ਰਧਾਨ ਮੰਤਰੀ ਵੱਲੋਂ ਵੀ ਆਉਂਦੀਆਂ ਨੇ। ਤੇ ਇਸ ਵਾਰੀ ਇਹ ਹੋਇਆ ਹੈਗਾ ਵੀ UNO ਦੇ ਜਿਹੜੇ ਅੰਡਰ ਸੈਕਟਰੀ ਜਨਰਲ ਨੇ ਉਹਨਾਂ ਨੇ ਜਿਸ ਤਰ੍ਹਾਂ ਖਾਲਸਾ ਸਾਜਣਾ ਦਿਵਸ ਦੇ ਸੰਬੰਧ ਵਿੱਚ ਵੀ ਵਧਾਈਆਂ ਦਿੱਤੀਆਂ ਨੇ ਤੇ ਉਹਨਾਂ ਨੇ ਆਖਿਆ ਹੈਗਾ ਵੀ ਖਾਲਸਾ ਕੌਮ ਦਾ ਉਸ ਦਿਨ ਸਾਜਣਾ ਹੋਈ ਸੀ, ਸਿਰਜਣਾ ਹੋਈ ਸੀ ਤੇ ਖਾਲਸਾ ਕੌਮ ਜਿਸ ਕਿਸਮ ਦੀਆਂ ਵੈਲਿਊਜ਼ ਤੇ ਕਦਰਾਂ ਕੀਮਤਾਂ ਨੂੰ ਲੈ ਕੇ ਪ੍ਰਣਾਈ ਹੋਈ ਆ, ਉਹੋ ਹੀ ਵੈਲਿਊਜ਼ UNO ਦੀਆਂ ਹੈਗੀਆਂ ਨੇ ਵੀ ਸਹਿਣਸ਼ੀਲਤਾ, ਠਰਮਾ, ਸੇਵਾ, ਨਿਰਮਾਣਤਾ ਤੇ ਸਾਰਿਆਂ ਨੂੰ ਸਤਿਕਾਰ ਦੇਣਾ। ਸੋ ਇਹ ਸਾਰਾ ਕੁਝ ਜਿਹੜਾ ਖਾਲਸਾ ਕੌਮ ਜਿਹੜੀ 1699 ਦੀ ਵਿਸਾਖੀ ਨੂੰ ਪ੍ਰਗਟ ਹੋਈ ਆ ਉਹਦੀਆਂ ਕਦਰਾਂ ਕੀਮਤਾਂ ਨੇ। ਤੇ ਇਸੇ ਸੰਦਰਭ ਵਿੱਚ ਹੀ ਜਸਟਿਨ ਟਰੂਡੋ ਤੇ ਪ੍ਰਿੰਸ ਚਾਰਲਸ ਨੇ ਜਿਹੜੀਆਂ ਆਪਣੀਆਂ ਵਧਾਈਆਂ ਦਿੱਤੀਆਂ ਨੇ ਵੀ ਕਿ ਉਹ ਖਾਲਸਾ ਕੌਮ ਦੇ ਸਾਜਣਾ ਦਿਵਸ ਤੇ ਪ੍ਰਗਟ ਦਿਵਸ ਦੇ ਸੰਬੰਧ ਵਿੱਚ ਉਹਨਾਂ ਦੀ ਭਾਵਨਾ ਵੀ ਕੁਛ ਇਸ ਤਰ੍ਹਾਂ ਦੀ ਹੋਈ ਸੀ ਵੀ ਖਾਲਸਾ ਕੌਮ ਦੀਆਂ ਜਿਹੜੀਆਂ ਵੈਲਿਊਜ਼ ਆ ਉਹ ਬ੍ਰਿਟਿਸ਼ ਵੈਲਿਊਜ਼ ਵੀ ਨੇ ਜਾਂ ਕੈਨੇਡੀਅਨ ਵੈਲਿਊਜ਼ ਵੀ ਨੇ, ਜਿਨ੍ਹਾਂ ਵਿੱਚ ਸਹਿਜ ਰੱਖਣਾ, ਸੇਵਾ ਕਰਨੀ, ਇੱਕ ਦੂਜੇ ਨਾਲ ਪ੍ਰੇਮ ਪਿਆਰ ਇਤਫਾਕ ਬਣਾ ਕੇ ਰੱਖਣਾ ਤੇ ਸਾਰੇ ਮਨੁੱਖਾਂ ਨੂੰ ਬਰਾਬਰੀ। ਵੱਡੀ ਗੱਲ ਇਹ ਹੈਗੀ ਆ ਜੀ ਖਾਲਸਾ ਜੀ ਦਾ ਅੱਜ ਜਿਸ ਦਿਨ ਸਾਜਣਾ ਹੋਈ 1699 ਦੀ ਵਿਸਾਖੀ ਨੂੰ ਗੁਰੂ ਸਾਹਿਬ ਨੇ ਖੰਡੇ ਦੀ ਪੌਲ ਛਕਾਈ, ਉਸ ਦਿਨ ਇਹ ਸਾਰਾ ਕੁਝ ਇੱਕ ਤਰ੍ਹਾਂ ਨਾਲ ਹੋਇਆ ਵੀ ਸਮੁੱਚੇ ਮਨੁੱਖਤਾ ਜਿਹੜੀ ਖਾਲਸਾ ਜੀ ਦੇ ਘੇਰੇ ਵਿੱਚ ਆਊਗੀ, ਜਿਹੜੀ ਅੰਮ੍ਰਿਤ ਛਕ ਕੇ ਸਿੱਖ ਸਜੂਗੀ ਜਾਂ ਸਿੱਖ ਫੋਲਡ ਵਿੱਚ ਆਊਗੀ, ਉਹਨਾਂ ਵਿੱਚੋਂ ਜਾਤ ਪਾਤ ਊਚ ਨੀਚ ਆ ਜਿਹੜੀ ਉਹ ਸਾਰੀ ਖਤਮ ਕਰ ਦਿੱਤੀ ਸੀ। ਇੱਕ ਬਰਾਬਰੀ ਵਾਲਾ ਸਮਾਜ ਤੇ ਬਰਾਬਰੀ ਵਾਲੀ ਕੌਮ ਆ ਜਿਹੜੀ ਗੁਰੂ ਸਾਹਿਬ ਨੇ ਸਿਰਜੀ ਸੀ। ਸੋ ਉਸ ਸੰਦਰਭ ਵਿੱਚ ਅਸੀਂ ਸਵਾਗਤ ਕਰਦੇ ਹਾਂ ਵੀ ਸਾਰਿਆਂ ਨੇ ਫਿਰ ਇੱਕ ਸਿੱਖਾਂ ਨੂੰ ਯਾਦ ਰੱਖਿਆ, ਕਿਉਂਕਿ ਸਿੱਖਾਂ ਦਾ ਆਪਣਾ ਕੋਈ ਕੇਂਦਰੀ ਧੁਰਾ ਨਾ ਹੋਣ ਕਰਕੇ ਵਿਦੇਸ਼ਾਂ ਵਿੱਚ ਬਹੁਤ ਸਾਰੇ ਵਿਦੇਸ਼ਾਂ ਵਿੱਚ ਜਿਹੜੇ ਸਿੱਖ ਵਸੇ ਹੋਏ ਨੇ ਉਹਨਾਂ ਦੀਆਂ ਸਰਗਰਮੀਆਂ ਕਰਕੇ ਜਾਂ ਉਹਨਾਂ ਦੀਆਂ ਜੋ ਸੇਵਾ ਭਾਵਨਾ ਵਾਲੇ ਕਾਰਜ ਕਰ ਰਹੇ ਨੇ, ਲੰਗਰ ਛਕਾਉਣ ਦਾ ਜਾਂ ਹੋਰ ਕਮਿਊਨਿਟੀ ਸਰਵਿਸਿਜ਼ ਵਿੱਚ ਸਿੱਖਾਂ ਵੱਲੋਂ ਜੋ ਯੋਗਦਾਨ ਪਾਇਆ ਜਾਂਦਾ ਹੈਗਾ, ਅਸੀਂ ਸਮਝਦੇ ਹਾਂ ਵੀ ਉਹਨਾਂ ਨੂੰ ਰੈਕਗਨਾਈਜ਼ ਕਰਿਆ ਹੈਗਾ ਯੂਕੇ ਨੇ ਵੀ, ਕੈਨੇਡਾ ਨੇ ਵੀ ਤੇ ਹੁਣ UNO ਨੇ ਵੀ। UNO ਨੇ ਵੀ ਦੇਖਿਆ ਹੈਗਾ ਵੀ ਬਹੁਤ ਸਾਰੇ ਸਿੱਖ ਸੇਵਾ ਦੇ ਕਾਰਜਾਂ ਵਿੱਚ ਵੱਖ-ਵੱਖ ਮੁਲਕਾਂ ਵਿੱਚ ਵੱਖ-ਵੱਖ ਥਾਵਾਂ ਤੇ ਲੱਗੇ ਹੋਏ ਨੇ। ਸੋ ਅਸੀਂ ਸਮਝਦੇ ਹਾਂ ਵੀ ਖਾਲਸਾ ਜੀ ਦੀਆਂ ਜਿਹੜੀਆਂ ਸੇਵਾ ਦੀਆਂ ਸੱਚੀਆਂ ਸੁੱਚੀਆਂ ਰਵਾਇਤਾਂ ਨੇ ਉਹਨਾਂ ਨੂੰ ਦੇਖਦੇ ਹੋਏ ਹੀ ਕੌਮਾਂਤਰੀ ਪੱਧਰ ਤੇ ਸਾਰਿਆਂ ਨੇ ਖਾਲਸਾ ਪੰਥ ਤੇ ਸਾਜਣਾ ਦਿਵਸ ਦੀ ਵਧਾਈ ਦਿੱਤੀ ਹੈਗੀ ਆ। ਜੀ ਬਿਲਕੁਲ ਜੀ, ਔਰ ਬਣਦੀ ਵੀ ਜਿਹੜੀ ਆਪਾਂ ਕਹੀ ਕਿ ਹੈਗੀ ਆ, ਕਿਉਂਕਿ ਐਜ਼ ਏ ਕੌਮ ਵਜੋਂ ਜਿਹੜਾ ਹੈ ਸਿੱਖ ਜਿਹੜੇ ਨੇ ਸਮੁੱਚੀ ਦੁਨੀਆ ਦੇ ਵਿੱਚ ਜਿਹੜਾ ਆਪਣਾ ਜਿਹੜਾ ਦਾਰਮਦਾਰ ਹੈ ਉਹ ਸਾਬਤ ਕਰ ਚੁੱਕੇ ਨੇ
ਈਵਨ ਕਿ ਸਰਕਾਰਾਂ ਤੇ ਵੀ ਵੱਡੇ ਅਹੁਦਿਆਂ ਤੇ ਹੈਗੇ ਨੇ, ਚਾਹੇ ਉਹ ਕੈਨੇਡਾ ਦੇ ਵਿੱਚ ਹੋਵੇ ਜਾਂ ਹੋਰ ਵੀ ਮੈਂਬਰ ਆਫ ਪਾਰਲੀਮੈਂਟ ਦੇ ਵਿੱਚ ਹੋਣ, ਕਿਸੇ ਵੀ ਜਿਹੜੇ ਅਹੁਦੇ ਤੇ ਹੋਵੇ, ਸਿੱਖ ਜਿਹੜੀ ਕੌਮ ਹੈਗੀ ਐਜ਼ ਏ ਕੌਮ, ਉਹ ਆਪਣਾ ਇਕੱਲਾ ਲੰਗਰ ਹੀ ਨਹੀਂ ਲਾਉਂਦੇ, ਪੂਰਾ ਜਿੱਦਾਂ ਆਪਾਂ ਕਹੀਏ ਕਿ ਯੋਗਦਾਨ ਪਾਉਂਦੇ ਨੇ ਕਿਸੇ ਵੀ ਦੇਸ਼ ਨੂੰ ਤਰੱਕੀ ਦੇ ਵਿੱਚ ਜਿਹੜਾ ਹੈ ਪੂਰਾ ਯੋਗਦਾਨ ਪਾਉਂਦੇ ਨੇ, ਚਾਹੇ ਉਹ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਗਏ ਹੋਣ। ਪਰ ਦੂਜੇ ਬੰਨੇ ਜੇ ਆਪਾਂ ਜਦੋਂ ਭਾਰਤ ਦੀ ਗੱਲਬਾਤ ਕਰ ਲੈਂਦੇ ਤੇ ਭਾਰਤ ਦੇ ਵਿੱਚ ਕੁਝ ਜਿਹੜੇ ਜਰਨਲਿਸਟ ਹੈਗੇ ਨੇ ਉਹਨਾਂ ਵੱਲੋਂ ਜਿਹੜਾ ਹੈ ਇਸ ਗੱਲ ਦਾ ਖਦਸ਼ਾ ਜ਼ਾਹਿਰ ਕੀਤਾ ਗਿਆ, ਵਿਰੋਧ ਕੀਤਾ ਗਿਆ। ਇਹਦੇ ਬਾਰੇ ਤੁਸੀਂ ਕੀ ਕਹੋਗੇ? ਉਹਨਾਂ ਨੇ ਇਹ ਕਿਹਾ ਕਿ ਵਿਸਾਖੀ ਦੀਆਂ ਵਧਾਈਆਂ ਜਿਹੜੀਆਂ ਕਿਉਂ ਦਿੱਤੀਆਂ, ਇਹਦਾ ਉਹਨਾਂ ਨੇ ਬਹੁਤ ਵੱਡਾ ਜਿਹੜਾ ਆਬਜੈਕਸ਼ਨ ਕੀਤਾ ਹੈਗਾ। ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ? ਅਸੀਂ ਸਮਝਦੇ ਹਾਂ ਵੀ ਇਹ ਬਿਲਕੁਲ ਹੀ ਨਾ ਵੀ ਇਹ ਗੱਲਾਂ ਠੀਕ ਨਹੀਂ ਹੈਗੀਆਂ। ਵੀ ਹੁਣ ਖਾਲਸਾ ਕੌਮ ਹੈ ਜਿਹੜੀ ਪੂਰੀ ਦੁਨੀਆ ਵਿੱਚ ਵਸੀ ਹੋਈ ਹੈਗੀ ਆ, ਉੱਥੇ ਜਿੱਥੇ ਜਿੱਥੇ ਵੀ ਰਹਿੰਦੀ ਆ, ਜਿੰਨਾ ਕੋ ਸੋਸਾਇਟੀ ਨੂੰ ਕੰਟਰੀਬਿਊਟ ਕਰਦੇ ਆ, ਉਹਨਾਂ ਦੀ ਆਪਣੀ ਰੈਕਗਨੀਸ਼ਨ ਹੋਈ ਆ। ਤੇ ਉਸ ਸੰਦਰਭ ਵਿੱਚ ਜੇ ਕਿਸੇ ਸਰਕਾਰ ਨੇ ਮਾੜੇ ਮੋਟੇ ਸਿੱਖਾਂ ਦੀ ਰੈਕਗਨੀਸ਼ਨ ਕਰਕੇ ਉਹਨਾਂ ਨੂੰ ਵਧਾਈਆਂ ਦੇ ਵੀ ਦਿੱਤੀਆਂ ਤਾਂ ਅਸੀਂ ਸਮਝਦੇ ਹਾਂ ਵੀ ਇਹਨੂੰ ਇਸ਼ੂ ਨਹੀਂ ਬਣਾਉਣਾ ਚਾਹੀਦਾ ਹੈਗਾ। ਹਰ ਵਕਤ ਸਾਨੂੰ ਨਫ਼ਰਤ ਦੀ ਰਾਜਨੀਤੀ ਨਹੀਂ ਕਰਨੀ ਚਾਹੀਦੀ, ਕਿਸੇ ਨਾਲ ਪ੍ਰੇਮ ਪਿਆਰ ਤੇ ਜਿਹੜਾ ਭਰਾਤਰੀ ਭਾਵ ਆ, ਖਾਲਸਾ ਕੌਮ ਨੂੰ ਗੁਰੂ ਸਾਹਿਬ ਨੇ ਇਹੋ ਹੀ ਸੰਦੇਸ਼ ਦਿੱਤਾ ਹੈਗਾ ਵੀ ਤੁਸੀਂ ਆਪਣੇ ਕਿਸੇ ਵਿਰੋਧੀ ਜਾਂ ਦੁਸ਼ਮਣ ਦਾ ਵੀ ਬੁਰਾ ਨਹੀਂ ਤੱਕਣਾ, ਨਾ ਉਹਦਾ ਕੋਈ ਨੁਕਸਾਨ ਕਰਨਾ, ਨਾ ਉਹਦੇ ਤੇ ਵਾਰ ਕਰਨਾ ਹੈਗਾ। ਸੋ ਅਸੀਂ ਦੂਸਰੇ ਵੀਰਾਂ ਨੂੰ ਵੀ ਨਿਮਰਤਾ ਸਹਿਤ ਬੇਨਤੀ ਕਰਦੇ ਹੈਗੇ ਆ ਵੀ ਉਹ ਵੀ ਇਸ ਤਰ੍ਹਾਂ ਦੇ ਇਸ਼ੂ ਨਾ ਬਣਾਉਣ। ਖਾਲਸਾ ਕੌਮ ਨੇ ਆਪਣੀਆਂ ਛੋਟੀਆਂ ਜਿਹੜੀਆਂ ਸਰਗਰਮੀਆਂ ਹੈਗੀਆਂ ਸੇਵਾ ਸਿਮਰਨ ਦੀਆਂ ਤੇ ਇਤਫਾਕ ਦੀਆਂ, ਸੁਸਾਇਟੀ ਵਿੱਚ ਇੰਟੈਗਰੇਟ ਹੋਣ ਦੀਆਂ ਤੇ ਕੋਲੈਬੋਰੇਸ਼ਨ ਦੀਆਂ, ਉਹਦੇ ਆਧਾਰ ਤੇ ਆਪਣੀ ਪਹਿਚਾਣ, ਇੱਕ ਨਿਆਰੀ ਪਹਿਚਾਣ ਦੇ ਜਿਹੜੇ ਝੰਡੇ ਆ ਉਹ ਬੁਲੰਦ ਕਰੇ ਆ ਦੁਨੀਆ ਭਰ ਵਿੱਚ, ਤੇ ਉਹਨਾਂ ਬੁਲੰਦੀਆਂ ਨੂੰ ਰੈਕਗਨਾਈਜ਼ ਕੀਤਾ ਹੈਗਾ ਕੌਮਾਂਤਰੀ ਸੰਸਥਾਵਾਂ ਨੇ ਤੇ ਸਰਕਾਰਾਂ ਨੇ। ਸੋ ਜੇ ਹੋਰ ਧਿਰਾਂ ਵੀ ਚਾਹੁੰਦੀਆਂ ਨੇ ਵੀ ਇਸ ਤਰ੍ਹਾਂ ਦੀ ਉਹਨਾਂ ਨੂੰ ਰੈਕਗਨੀਸ਼ਨ ਮਿਲੇ ਤਾਂ ਅਸੀਂ ਸਮਝਦੇ ਹਾਂ ਵੀ ਗੁਰੂ ਸਾਹਿਬ ਦਾ ਦਰਸਾਇਆ ਹੋਇਆ ਰਾਹ ਸਮੁੱਚੀ ਮਨੁੱਖਤਾ ਲਈ ਹੈ, ਉਹ ਇਕੱਲੇ ਸਿੱਖਾਂ ਲਈ ਨਹੀਂ ਹੈ। ਹੋਰ ਜੇ ਕੋਈ ਧਰਮਾਂ ਵਾਲੇ ਵੀ ਇਸ ਤਰ੍ਹਾਂ ਆਪਣੀ ਰੈਕਗਨੀਸ਼ਨ ਲੈਣੀ ਚਾਹੁੰਦੇ ਹੈਗੇ ਆ ਤਾਂ ਅਸੀਂ ਇਹ ਨਹੀਂ ਕਹਿੰਦੇ ਵੀ ਉਹ ਅੰਮ੍ਰਿਤ ਛਕ ਕੇ ਸਿੱਖ ਸਜਣ, ਉਹ ਆਪਣੇ ਧਰਮ ਵਿੱਚ ਰਹਿੰਦੇ ਹੋਏ ਹੀ ਉਹ ਚੰਗੇ ਕਾਰਜ ਕਰਨ, ਆਪਣੀ ਰੈਕਗਨੀਸ਼ਨ ਬਣਾਉਣ। ਈਵਨ ਕਿ ਇੱਥੋਂ ਤੱਕ ਵੀ ਟਵਿੱਟਰ ਤੇ ਜਿਹੜਾ ਹੈ ਇੱਕ ਕੈਂਪੇਨ ਟਾਈਪ ਆਪਾਂ ਕਹਿ ਸਕਦੇ ਹਾਂ ਚਲਾਈ ਗਈ ਹੈ, ਕਿਹਾ ਗਿਆ ਕਿ ਵਿਸਾਖੀ ਦਾ ਧਰਮ ਦੇ ਨਾਲ ਕੋਈ ਸੰਬੰਧ ਨਹੀਂ ਹੈ। ਮਤਲਬ ਇਸ ਤਰੀਕੇ ਦੇ ਜਿਹੜੇ ਪਿੰਨ ਪੁਆਇੰਟ, ਕਿਉਂਕਿ ਸਿੱਖ ਕਿਸੇ ਦੂਜੇ ਦੇ ਧਰਮ ਦੇ ਵਿੱਚ ਇੰਟਰਫੇਅਰ ਨਹੀਂ ਕਰਦਾ। ਜਦੋਂ ਉਹਨਾਂ ਦਾ ਕੋਈ ਜਨਮਾਸ਼ਟਮੀ ਹੁੰਦੀ ਹੈ ਜਾਂ ਹੋਰ ਜਿਹੜੇ ਤਿਉਹਾਰ ਹੁੰਦੇ ਹਨ ਤੇ ਕੋਈ ਵੀ ਤੁਸੀਂ ਦੇਖਿਆ ਹੋਵੇਗਾ ਕਿ ਸਿੱਖਾਂ ਵੱਲੋਂ ਕਦੀ ਕੋਈ ਓਬਜੈਕਸ਼ਨ, ਕਦੀ ਕੋਈ ਇਸ ਤਰ੍ਹਾਂ ਦੀ ਗੱਲ, ਕੋਈ ਮਾੜਾ ਵਰਤੀਰਾ ਨਹੀਂ ਕੀਤਾ ਜਾਂਦਾ। ਪਰ ਬਾਰ-ਬਾਰ ਜਿਹੜਾ ਹੈ ਸਿੱਖਾਂ ਦੇ ਨਾਲ ਕੁਝ ਲੋਕ, ਇਹ ਆਪਾਂ ਇਹਦੇ 'ਚ ਆਪਾਂ ਸਾਰੇ ਨਹੀਂ ਕਹਿੰਦੇ, ਕਿਉਂਕਿ ਪੰਜਾਬ ਦੇ ਵਿੱਚ ਵੀ ਜਿਹੜਾ ਹੈਗਾ ਜਿਹੜੇ ਸਿੱਖ ਹੋਣ ਚਾਹੇ ਹਿੰਦੂ ਹੋਣ ਉਹ ਪੂਰਾ ਰਲ ਮਿਲ ਕੇ ਰਹਿੰਦੇ ਹੈਗੇ, ਪਰ ਕੁਝ ਜਿਹੜੇ ਆਪਾਂ ਕਹੀਏ ਕਿ ਜਿਹੜੇ ਹੁੰਦੇ ਆ ਨਾ ਅੱਗ ਲਾਉਣ ਵਾਲੇ ਲੋਕ, ਉਹਨਾਂ ਵੱਲੋਂ ਇਦਾਂ ਦੀਆਂ ਜਿਹੜੀਆਂ ਕਾਰਵਾਈਆਂ ਜਾਣ ਬੁੱਝ ਕੇ ਕੀਤੀਆਂ ਜਾਂਦੀਆਂ। ਇਹਦੇ ਬਾਰੇ ਤੁਸੀਂ ਕੀ ਕਹੋਗੇ? ਅਸਲ 'ਚ ਆਪਾਂ ਪਿਛਲੇ ਪ੍ਰੋਗਰਾਮ ਵਿੱਚ ਵੀ ਕਰਿਆ ਹੈਗਾ ਇਹਦਾ ਬਾਰੇ ਜ਼ਿਕਰ ਵੀ ਇਹ ਬਿਮਾਰ ਮਾਨਸਿਕਤਾ ਦੀ ਨਿਸ਼ਾਨੀ ਹੈਗੀ ਆ। ਕੁਝ ਲੋਕ ਆ ਜਿਹੜੇ ਉਸ ਸੁਸਾਇਟੀ ਦੇ ਨਾ ਸਿਕਨੈਸ ਦਾ ਸ਼ਿਕਾਰ ਨੇ, ਹਨਾ, ਜਿਹੜੇ ਹਾਇਰ ਜੈਂਟਰੀ ਨਾਲ ਸੰਬੰਧਿਤ ਨੇ ਜਾਂ ਖਾਸ ਕਰਕੇ ਮੀਡੀਆ ਵਿੱਚ ਨੇ ਜਾਂ ਜਿਹੜੇ ਇੱਕ ਤਰ੍ਹਾਂ ਨਾਲ ਐਕੈਡੈਮਿਕਸ ਲੈਵਲ ਤੇ ਆ। ਸਾਰੀ ਹਿੰਦੂ ਕੌਮ ਦਾ ਨਹੀਂ ਅਸੀਂ ਗੱਲ ਕਰਦੇ, ਉਹਨਾਂ ਵਿੱਚ ਬਹੁਤ ਚੰਗੇ ਵਿਦਵਾਨ ਵੀ ਨੇ, ਚੰਗੇ ਇਨਸਾਨ ਵੀ ਨੇ ਜਿਹੜੇ ਸਮੁੱਚੇ ਭਾਈਚਾਰਿਆਂ ਵਿੱਚ ਇੱਕ ਸਾਂਝ ਤੇ ਏਕਤਾ ਬਣਾ ਕੇ ਰੱਖਣੀ ਚਾਹੁੰਦੇ ਹੈਗੇ ਆ। ਪਰ ਕੁਝ ਲੋਕਾਂ ਨੂੰ ਐਂ ਲੱਗਦਾ ਹੈਗਾ ਵੀ ਸਿੱਖਾਂ ਨੇ ਵੱਧ ਰੈਕਗਨੀਸ਼ਨ ਲੈ ਲਈ ਹੋਈ ਆ ਜਾਂ ਸੋ ਅਸੀਂ ਸਮਝਦੇ ਹਾਂ ਵੀ ਇਸ ਤਰ੍ਹਾਂ ਦਾ ਕੋਈ ਇਸ਼ੂ ਨਾ ਬਣਾਇਆ ਜਾਵੇ। ਭਰਾਤਰੀ ਭਾਵ ਆ ਜਿਹੜਾ ਉਹ ਕਾਇਮ ਰੱਖਿਆ ਜਾਣਾ ਚਾਹੀਦਾ। ਜਿਹੜੀ ਗੱਲ ਇਹ ਆ ਰਹੀ ਹੈਗੀ ਆ ਨਾ ਬਈ ਵਿਸਾਖੀ ਦਾ ਧਰਮ ਨਾਲ ਸੰਬੰਧ ਨਹੀਂ ਹੈਗਾ, ਉਹਦੇ ਚ ਉਹ ਹੈਗਾ ਵੀ ਖਾਲਸਾ ਹੋ ਸਕਦਾ ਵਿਸਾਖੀ ਪਹਿਲਾਂ ਮਨਾਈ ਜਾਂਦੀ ਹੋਵੇ ਕਿਸੇ ਹੋਰ ਰੂਪ ਵਿੱਚ, ਪਰ ਗੁਰੂ ਸਾਹਿਬ ਨੇ ਉਸ ਦਿਨ ਇਕੱਠ ਕਰਕੇ ਜਿਹੜੀ ਖਾਲਸਾ ਕੌਮ ਦੀ ਸਿਰਜਣਾ ਕੀਤੀ ਆ, ਉਹ ਜਿਹੜੀ ਬਹੁ ਗਿਣਤੀ ਸੀ ਉਸ ਵੇਲੇ ਦੇ ਪ੍ਰੈਵਲੈਂਟ ਧਰਮ ਸੀਗੇ ਦੋਨੋਂ, ਇਸਲਾਮ ਤੇ ਹਿੰਦੂਇਜ਼ਮ, ਉਹਦੇ ਨਾਲੋਂ ਇੱਕ ਨਿਰੰਤਰ ਤੋੜ ਵਿਛੋੜੇ ਦਾ ਐਲਾਨ ਸੀਗਾ। ਜਦੋਂ ਆਪਾਂ ਦੇਖਦੇ ਹਾਂ ਵੀ ਗੁਰੂ ਨਾਨਕ ਦੇਵ ਜੀ ਦਾ ਹੁਣ ਜਦੋਂ ਸਾਰਾ ਪੜ੍ਹਦੇ ਹੈਗੇ ਆ, ਗੁਰੂ ਸਾਹਿਬ ਨੇ ਉਸ ਜਿਹੜੀ ਮਨੁੱਖਤਾ ਨੂੰ ਮਾਨਸਿਕ ਤੌਰ ਤੇ ਗੁਲਾਮ ਬਣਾਉਣ ਵਾਲੀ ਵਿਚਾਰਧਾਰਾ ਸੀ, ਜਾਤ ਪਾਤੀ ਵਿਚਾਰਧਾਰਾ, ਉਹਦੇ ਪ੍ਰਣਾਏ ਹੋਏ ਧਰਮ ਦੀਆਂ ਜਿਹੜੀਆਂ ਮਾਨਤਾਵਾਂ ਸੀ ਉਹਨਾਂ ਦੀ ਨਿਖੇਧੀ ਕੀਤੀ। ਸੋ ਆਸਾ ਦੀ ਵਾਰ ਹੈ ਜਿਹੜੀ, ਜਦੋਂ ਤੁਸੀਂ ਪੜ੍ਹਦੇ ਹੋ ਤਾਂ ਤੁਹਾਨੂੰ ਸਾਰਾ ਕੁਝ ਸਪਸ਼ਟ ਸਮਝ ਆਉਂਦਾ ਵੀ ਗੁਰੂ ਨਾਨਕ ਦੇਵ ਜੀ ਦਾ ਸਮੁੱਚਾ ਜਿਹੜਾ ਕਾਰਜਕ੍ਰਮ ਹੈਗਾ ਉਹ ਮਨੁੱਖਤਾ ਨੂੰ ਗੁਲਾਮ ਬਣਾਉਣ ਵਾਲੀਆਂ ਤਾਕਤਾਂ ਦੇ ਖਿਲਾਫ ਇੱਕ ਵਿਚਾਰਧਾਰਕ ਜੰਗ ਦਾ ਐਲਾਨ ਹੈਗਾ, ਹਨਾ। ਸੇ ਉਹ ਗੁਰੂ ਨਾਨਕ ਸਾਹਿਬ ਨੇ ਜਿਹੜੀ ਜੰਗ ਵਿਚਾਰਧਾਰਕ ਤੌਰ ਤੇ ਨਿਆਰੇਪਣ ਦੀ ਤੇ ਬਹੁ ਗਿਣਤੀ ਨਾਲੋਂ ਤੋੜ ਵਿਛੇੜੇ ਦੀ ਸ਼ੁਰੂ ਕੀਤੀ ਸੀ ਨਾ, ਉਹਦੀ ਸੰਪੂਰਨਤਾ ਹੋਈ ਆ ਜਿਹੜੀ 1699 ਦੀ ਵਿਸਾਖੀ ਨੂੰ। 9 ਗੁਰੂਆਂ ਤੱਕ ਆਉਂਦੇ ਵਿਚਾਰਧਾਰਕ ਨਖੇੜੇ ਦੀਆਂ ਤੇ ਨਿਆਰੇਪਣ ਦੀਆਂ ਲਕੀਰਾਂ ਸੀ ਜਿਹੜੀਆਂ ਇੱਕ ਤਰ੍ਹਾਂ ਨਾਲ ਬਿਲਕੁਲ ਸਪਸ਼ਟ ਹੋ ਗਈਆਂ ਸੀ। ਇੱਕ ਆਖਰੀ ਤੰਦ ਰਹਿੰਦੀ ਸੀ 1699 ਦੀ ਵਿਸਾਖੀ ਤੋਂ ਪਹਿਲਾਂ, ਉਹ ਸੀ ਵੀ ਜਿਹੜੇ ਸਿੱਖਾਂ ਦੇ 9 ਸੀ ਉਹ ਹਿੰਦੂਆਂ ਵਾਲੇ ਸੀ, ਹਨਾ।
ਵੀ ਜਿੱਦਾਂ ਗੋਬਿੰਦ ਰਾਏ ਜੀ ਕਿਹਾ ਜਾਂਦਾ ਸੀ ਹਨਾ, ਭਾਈ ਦਇਆ ਰਾਮ ਜੀ ਜਿਨ੍ਹਾਂ ਨੇ ਪੰਜ ਪਿਆਰਿਆਂ ਨੇ ਵੀ ਸਿਰ ਦਿੱਤੇ, ਆਪਾਂ ਦੇਖ ਰਹੇ ਹਾਂ ਵੀ ਦਇਆ ਰਾਮ ਸਾਹਿਬ ਚੰਦ ਹਨਾ, ਵੀ ਇੱਕ ਨਾਉ ਸੀ ਜਿਹੜੇ ਇੱਕ ਨਾਵਾਂ ਦੀ ਆਖਰੀ ਤੰਦ ਰਹਿ ਗਈ ਸੀ। ਪਰ 1699 ਦੀ ਵਿਸਾਖੀ ਨੂੰ ਗੁਰੂ ਸਾਹਿਬ ਨੇ ਖਾਲਸਾ ਕੌਮ ਨੂੰ ਇੱਕ ਨਵਾਂ ਨਾਂ ਸਿੰਘ ਤੇ ਕੌਰ ਦੇ ਕੇ ਉਹ ਆਖਰੀ ਤੰਦ ਵੀ ਤੋੜ ਦਿੱਤੀ ਸੀ ਬਹੁ ਗਿਣਤੀ ਨਾਲ ਨਾ, ਵੀ ਸਾਡਾ ਬਹੁ ਗਿਣਤੀ ਨਾਲ, ਹਿੰਦੂਇਜ਼ਮ ਨਾਲ ਜਾਂ ਇਸਲਾਮ ਨਾਲ ਉਸ ਤਰ੍ਹਾਂ ਦਾ ਕੋਈ ਵੀ ਰਿਸ਼ਤਾ ਨਹੀਂ ਸੀ ਰਹਿ ਗਿਆ। ਸੋ ਇਹ ਜਿਹੜੀ ਪਰੰਪਰਾ ਗੁਰੂ ਨਾਨਕ ਦੇਵ ਜੀ ਨੇ ਆਸਾ ਦੀ ਵਾਰ ਵਿੱਚ ਵਿਚਾਰਧਾਰਕ ਤੋੜ ਵਿਛੋੜੇ ਦੀ ਸ਼ੁਰੂ ਕੀਤੀ ਸੀ, ਉਹਨੂੰ ਪ੍ਰੈਕਟੀਕਲ ਰੂਪ ਆ ਜਿਹੜਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਦੀ ਵਿਸਾਖੀ ਨੂੰ ਦਿੱਤਾ। ਸੋ ਇੱਕ ਆਖਰੀ ਤੰਦ ਸੀ ਜਿਹੜੀ ਵੀ ਜਿਹੜੇ ਨਾਂ ਸੀ ਸਿੱਖਾਂ ਦੇ ਉਹ ਹਿੰਦੂਆਂ ਵਾਲੇ ਸੀ, ਉਹ ਵੀ ਗੁਰੂ ਸਾਹਿਬ ਨੇ ਖਤਮ ਕਰ ਦਿੱਤਾ ਤੇ ਉਹਨਾਂ ਨੂੰ ਸਿੱਖਾਂ ਨੂੰ ਇੱਕ ਵੱਖਰਾ ਨਾਂ ਦੇ ਕੇ ਇੱਕ ਕੌਮੀ ਨਾਂ ਦਿੱਤਾ। ਮੇਰਾ ਖਿਆਲ ਦੁਨੀਆ ਵਿੱਚ ਕਿਸੇ ਵੀ ਕੌਮ ਕੋਲ ਇੱਕ ਕੌਮੀ ਨਾਂ ਨਹੀਂ ਹੈ ਜੀ, ਸਿਰਫ ਸਿੱਖਾਂ ਕੋਲ ਆ, ਵੀ ਹਰੇਕ ਸਿੱਖ ਦੇ ਨਾਂ ਨਾਲ ਮਰਦ ਦੇ ਨਾਂ ਨਾਲ ਸਿੰਘ ਲੱਗਦਾ ਹੈ ਤੇ ਔਰਤ ਦੇ ਨਾਂ ਨਾਲ ਕੌਰ ਲੱਗਦਾ, ਵੀ ਇੱਕ ਕੌਮੀ ਨਾਂ ਹੈ ਜਸਟ। ਵੀ ਸਮੁੱਚੀ ਦੁਨੀਆ ਵਿੱਚ ਤੁਸੀਂ ਦੇਖ ਲਓ, ਹਾਂ ਫੈਮਿਲੀ ਨੇਮ ਹੋਣਗੇ ਵੀ ਜਿਹੜੇ ਪਰਿਵਾਰਾਂ ਦੇ, ਜਿਹੜੇ ਆਪਾਂ ਸਬ ਕਾਸਟ ਜਾਂ ਜਿੱਦਾਂ ਲਾਉਂਦਾ, ਪਰ ਇੱਕ ਨੈਸ਼ਨਲ ਨੇਮ ਕਿਸੇ ਕੌਮ ਦਾ ਹੋਣਾ ਮੇਰਾ ਖਿਆਲ ਇਹ ਵਿਲੱਖਣ ਵਰਤਾਰਾ ਹੈਗਾ। ਸੋ ਇੱਕ ਤੋੜ ਵਿਛੋੜਾ ਸੀ ਦੋਵੇਂ ਇਸਲਾਮ ਨਾਲੋਂ ਵੀ ਤੇ ਹਿੰਦੂਇਜ਼ਮ ਨਾਲੋਂ, ਇੱਕ ਤੀਜੀ ਧਿਰ ਦਾ ਪ੍ਰਗਟ ਹੋਣਾ ਸੀਗਾ, ਖਾਲਸਾ ਮਤਲਬ ਆਪਾਂ ਇਹ ਕਹਿ ਸਕਦੇ ਹਾਂ ਕਿ ਐਜ਼ ਏ ਕੌਮ ਉਹ ਜਿਹੜਾ ਹੈਗਾ ਸਿੱਖਾਂ ਨੂੰ ਪ੍ਰਵਾਨਗੀ ਦੇਣ ਦੇ ਲਈ ਤਿਆਰ ਨਹੀਂ ਹੈਗੇ ਤੇ ਉਹਨਾਂ ਨੂੰ ਇਸ ਚੀਜ਼ ਦੀਆਂ ਜਿਹੜੀਆਂ ਆਪਾਂ ਅੱਗੇ ਮਿਰਚਾਂ ਲੱਗਦੀਆਂ ਹੈਗੀਆਂ ਇਹੋ ਹੀ ਆਪਾਂ ਕਹਿ ਸਕਦੇ ਹਾਂ। ਬਿਲਕੁਲ ਥੋੜਾ ਜਿਹਾ ਇਹੋ ਹੀ ਹੈਗਾ ਸਾਰਾ, ਉਹ ਸਿੱਖਾਂ ਨੂੰ ਐਜ਼ ਏ ਨਿਆਰੀ ਕੌਮ ਆ ਜਿਹੜੀ ਉਹ ਪ੍ਰਵਾਨ ਨਹੀਂ ਕਰਨਾ ਚਾਹੁੰਦੇ। ਹੁਣ ਇਸ ਤੋਂ ਪਹਿਲਾਂ ਨਾ ਇੱਕ ਹੋਰ ਆਇਆ ਹੈਗਾ, ਅਸੀਂ ਉਹਦਾ ਸਤਿਕਾਰ ਕਰਦੇ ਹੈਗੇ। ਹੁਣ ਜੇ ਸਾਡੇ ਮਨ ਵਿੱਚ ਕੋਈ ਇਸ ਤਰ੍ਹਾਂ ਦੀ ਭਾਵਨਾ ਹੋਵੇ ਨਾ ਤਾਂ ਅਸੀਂ ਉਹਦੇ ਤੇ ਇਸ਼ੂ ਬਣਾ ਸਕਦੇ ਹਾਂ ਜਿੱਦਾਂ ਸਿੱਖਾਂ ਦਾ ਬਣਾਇਆ। ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਨਾ ਇੱਕ ਫੋਟੋ ਵਾਇਰਲ ਹੋਈ ਹੈ, ਉਹਦੇ ਵਿੱਚ ਬੀਬੀ ਪ੍ਰੀਤੀ ਪਟੇਲ ਜਿਹੜੇ ਸਾਡੇ ਗ੍ਰਹਿ ਮੰਤਰੀ ਨੇ, ਸਤਿਕਾਰਯੋਗ ਗ੍ਰਹਿ ਮੰਤਰੀ ਨੇ ਯੂਕੇ ਦੇ, ਔਰ ਮਿਸਟਰ ਰਿਸ਼ੀ ਸੁਨਾਕ ਹਨਾ ਜਿਹੜੇ ਕਿ ਖਜ਼ਾਨਾ ਮੰਤਰੀ ਨੇ ਯੂਕੇ ਦੇ ਹਨਾ, ਉਹਨਾਂ ਦੋਵਾਂ ਦੀਆਂ ਫੋਟੋਆਂ ਲਾ ਕੇ ਨਾ ਬਹੁਤ ਸਾਰੀਆਂ ਹਿੰਦੂ ਜਥੇਬੰਦੀਆਂ ਨੇ ਲਿਖਿਆ ਵੀ ਦੇਖੋ ਜਿਹੜਾ ਯੂਕੇ ਦੀ ਮਹਾਰਾਣੀ ਆ ਉਹ ਵੀ ਹਸਪਤਾਲ 'ਚ ਹੈ ਤੇ ਯੂਕੇ ਦਾ ਪ੍ਰਧਾਨ ਮੰਤਰੀ ਉਹ ਵੀ ਹਸਪਤਾਲ ਵਿੱਚ ਹੈ। ਇਸ ਵੇਲੇ ਮਾਣ ਨਾਲ ਕਹਿੰਦਾ ਅਸੀਂ ਕਹਿੰਦੇ ਹੈਗੇ ਆ ਵੀ ਯੂਕੇ ਨੂੰ ਦੋ ਹਿੰਦੂ ਚਲਾ ਰਹੇ ਨੇ, ਬੀਬੀ ਪ੍ਰੀਤੀ ਪਟੇਲ ਔਰ ਰਿਸ਼ੀ ਸੁਨਾਕ ਹਨਾ, ਵੀ ਇਹ ਹਾਂ ਵੀ ਮਾਣ ਕਰਨਾ ਚਾਹੀਦਾ। ਹੁਣ ਇਹਦੇ ਤੇ ਸਿੱਖਾਂ ਨੂੰ ਕੋਈ ਇਤਰਾਜ਼ ਹੀ ਨਹੀਂ ਹੈਗਾ ਹਨਾ, ਠੀਕ ਹੈ ਉਹ ਦੋਨੋਂ ਵੱਡੀਆਂ ਪੋਜੀਸ਼ਨਾਂ ਤੇ ਆ, ਬੜੇ ਸਤਿਕਾਰ ਨਾਲ ਉਹ ਯੂਕੇ ਦੀ ਜਿਹੜੀ ਸਰਕਾਰ ਵਿੱਚ ਸਰਗਰਮੀ ਕਰ ਰਹੇ ਨੇ ਹਨਾ ਤੇ ਚਲਾ ਰਹੇ ਨੇ, ਦੋਵੇਂ ਕੈਪੇਬਲ ਆ ਹਨਾ। ਰਿਸ਼ੀ ਸੁਨਾਕ ਐਜ਼ ਏ ਇਕਨੋਮਿਸਟ ਕੈਪੇਬਲ ਆਦਮੀ ਹੈਗਾ, ਜਾਣੀ ਉਹਦੇ ਬਾਰੇ ਹੁਣ ਜੇ ਸਿੱਖ ਕੋਈ ਵਾਵੇਲਾ ਕਰਨ ਅਸੀਂ ਸਮਝਦੇ ਹਾਂ ਵੀ ਸਿੱਖਾਂ ਦੀ ਘਟੀਆ ਸੋਚ ਹੋਊਗੀ ਹੈ ਨਾ। ਤੇ ਇਸੇ ਤਰ੍ਹਾਂ ਹੁਣ ਜੇ ਕੈਨੇਡਾ ਦੀ ਗਵਰਨਮੈਂਟ ਵਿੱਚ ਬਹੁਤ ਸਾਰੇ ਸਿੱਖ ਚਿਹਰੇ ਹੈਗੇ ਆ, ਉਹਨਾਂ ਦੇ ਖਿਲਾਫ ਫਿਰ ਇਹ ਲਾਇਆ ਜਾਂਦਾ ਹੈਗਾ ਵੀ ਉਹ ਟੈਰਰਿਸਟ ਨੇ। ਜਗਮੀਤ ਸਿੰਘ ਦਾ ਜਿਹੜਾ ਵਿਰੋਧ ਕੀਤਾ ਜਾਂਦਾ, ਈਵਨ ਕਿ ਹਰਜੀਤ ਸਿੰਘ ਸੱਜਣ ਹੋਣਾ ਦਾ ਜਿਹੜਾ ਵਿਰੋਧ ਉਹ ਵੀ ਕਰਵਾਇਆ ਗਿਆ, ਪੰਜਾਬ ਦੇ ਵਿੱਚ ਕਰਵਾਇਆ ਗਿਆ ਔਰ ਕੈਪਟਨ ਅਮਰਿੰਦਰ ਸਿੰਘ ਕੋਲੋਂ ਕਰਵਾਇਆ ਗਿਆ ਜੀ। ਹਾਂ ਨਹੀਂ ਉਹ ਗਲਤ ਹੈ ਬਿਲਕੁਲ। ਹੁਣ ਬੀਬੀ ਪ੍ਰੀਤੀ ਪਟੇਲ ਤੇ ਰਿਸ਼ੀ ਸੁਨਾਕ ਜਿਸ ਕੈਪੇਬਿਲਿਟੀ ਨਾਲ ਔਰ ਜਿਸ ਪ੍ਰਤੀਬੱਧਤਾ ਨਾਲ ਔਰ ਜਿਸ ਦਲੇਰੀ ਨਾਲ ਕੰਮ ਕਰ ਰਹੇ ਨੇ, ਉਹਨਾਂ ਨੂੰ ਇਸ ਤਰ੍ਹਾਂ ਨਾਲ ਸਲੂਟ ਕਰਨਾ ਬਣਦਾ। ਉਹਨਾਂ ਦਾ ਉਹ ਕਾਰਜ ਆਪਣਾ ਕਰ ਰਹੇ ਨੇ, ਉਹਦੇ ਵਿੱਚ ਹਿੰਦੂ ਸਿੱਖ ਵਾਲਾ ਕੋਈ ਮਸਲਾ ਹੀ ਨਹੀਂ ਹੈ। ਪਰ ਕੁਝ ਜਿਹੜੇ ਲੋਕ ਨੇ ਇਹਨੂੰ ਬਹੁਤ ਛੋਟੇ ਪੁਆਇੰਟ ਆਫ ਵਿਊ ਨਾਲ ਦੇਖਦੇ ਨੇ, ਉਹ ਇੱਕ ਟਨਲ ਵਿਊ ਚੋਂ ਦੇਖਦੇ ਨੇ। ਅਸੀਂ ਸਮਝਦੇ ਹਾਂ ਵੀ ਉਹ ਸਿੱਕਨੈਸ ਦਾ ਸ਼ਿਕਾਰ ਆ। ਹੁਣ ਤੁਸੀਂ ਆਪ ਦੇਖੋ, ਕਹਿੰਦੇ ਆ ਵੀ ਵਿਸਾਖੀ ਦਾ ਧਰਮ ਨਾਲ ਕੋਈ ਸੰਬੰਧ ਨਹੀਂ, ਤੁਸੀਂ ਤਾਂ ਯਾਰ ਕਰੋਨਾ ਦਾ ਵੀ ਧਰਮ ਨਾਲ ਸੰਬੰਧ ਪੈਦਾ ਕਰਤਾ ਹਨਾ। ਇੱਕ ਬਿਮਾਰੀ ਦਾ ਤੁਸੀਂ ਧਰਮ ਨਾਲ ਸੰਬੰਧ ਪੈਦਾ ਕਰ ਸਕਦੇ ਹੋ, ਫਿਰ ਐਡਾ ਵੱਡਾ ਇਨਕਲਾਬ ਵਿਸਾਖੀ ਵਾਲੇ ਦਿਨ ਹੋਇਆ, ਉਹਦਾ ਧਰਮ ਨਾਲ ਕਿੱਦਾਂ ਸੰਬੰਧ ਨਹੀਂ ਹੈਗਾ ਹਨਾ। ਜਿਹੜਾ ਗੱਲ ਸੋਚ ਕੇ ਤਾਂ ਦੇਖੋ, ਇੱਕ ਛੋਟੀ ਜਿਹੀ ਬਿਮਾਰੀ ਨੂੰ ਤੁਸੀਂ ਧਰਮ ਨਾਲ ਜੋੜ ਦਿੱਤਾ ਹੋਇਆ। ਸੋ ਇਹ ਸਾਰੀ ਮੈਂਟਲ ਸਿਕਨੈਸ ਹੈਗੀ ਆ, ਜਿਹਦੇ ਤੇ ਆਪਾਂ ਨੂੰ ਵੈਸੇ ਤਾਂ ਚਲੋ ਇਹ ਹੈਗਾ ਵੀ ਆਪਾਂ ਨੂੰ ਵਿਚਾਰ ਵੀ ਕਰਨ ਦੀ ਲੋੜ ਨਹੀਂ ਹੁੰਦੀ ਇਸ ਤਰ੍ਹਾਂ ਦੀ ਸਿਕਨੈਸ ਦੀ। ਹੁਣ ਚਲੋ ਇੱਕ ਖਬਰ ਦੇ ਤੌਰ ਤੇ ਜੇ ਆ ਵੀ ਗਈ ਹੈ ਤੇ ਸਿੱਖਾਂ ਨੂੰ ਬਹੁਤੀ ਗੰਭੀਰਤਾ ਨਾਲ ਨਹੀਂ ਲੈਣਾ ਚਾਹੀਦਾ। ਹਾਂ ਕੁਝ ਸਿਕਨੈਸ ਵਾਲੇ ਲੋਕ ਆ ਜਿਹੜੇ ਉਹ ਇਸ ਤਰ੍ਹਾਂ ਦਾ ਜਿਹੜਾ ਏਜੰਡੇ ਆ ਉਹ ਲੈ ਕੇ ਆਉਂਦੇ ਰਹਿਣਗੇ, ਪਰ ਅਸੀਂ ਸਿੱਖਾਂ ਨੂੰ ਅਪੀਲ ਕਰਦੇ ਹਾਂ ਵੀ ਉਹਨਾਂ ਨੇ ਇਸ ਰਾਹ ਤੇ ਨਹੀਂ ਪੈਣਾ। ਉਹਨਾਂ ਨੇ ਬੀਬੀ ਪ੍ਰੀਤੀ ਪਟੇਲ ਜਾਂ ਰਿਸ਼ੀ ਸੁਨਾਕ ਦੇ ਖਿਲਾਫ ਜਾਂ ਇਸ ਤਰ੍ਹਾਂ ਕੁਝ ਨਹੀਂ ਕਰਨਾ। ਉਹ ਸਾਡੇ ਸਤਿਕਾਰਯੋਗ ਲੀਡਰ ਨੇ, ਇਸ ਦੇਸ਼ ਵਿੱਚ ਰਹਿ ਰਹੇ ਨੇ, ਉਹ ਦੇਸ਼ ਨੂੰ ਵਧੀਆ ਢੰਗ ਨਾਲ ਚਲਾ ਰਹੇ ਨੇ। ਇੱਕ ਸਿੱਖ ਹੋਣ ਦੇ ਨਾਤੇ ਸਾਡਾ ਫਰਜ਼ ਬਣਦਾ ਹੈ, ਗੁਰੂ ਸਾਹਿਬ ਨੇ ਜਿਹੜਾ ਕਿਹਾ ਨਾ ਵੀ ਟੋਲਰੈਂਸ, ਵੀ ਸਾਰਿਆਂ ਨੂੰ ਉਹਨਾਂ ਦੇ ਧਰਮ ਦਾ ਸਤਿਕਾਰ ਹੈ ਜਿਹੜਾ ਹਨਾ, ਵੀ ਉਹਨਾਂ ਦੀ ਜਿਹੜਾ ਨਿਆਰਾਪਣ ਆ ਉਹ ਪ੍ਰਵਾਨ ਕਰਨਾ। ਜੀ ਅਸੀਂ ਕਹਿੰਦੇ ਹਾਂ ਵੀ ਸਿੱਖਾਂ ਦਾ ਨਿਆਰਾਪਣ ਪ੍ਰਵਾਨ ਹੋਵੇ ਤਾਂ ਸਿੱਖਾਂ ਨੂੰ ਵੀ ਇਹ ਜਿਗਰਾ ਚਾਹੀਦਾ ਵੀ ਉਹ ਹਿੰਦੂਆਂ ਦਾ, ਮੁਸਲਮਾਨਾਂ ਦਾ ਤੇ ਪਾਰਸੀਆਂ ਦਾ, ਸਾਰੇ ਧਰਮ ਦਾ ਜਿਹੜਾ ਨਿਆਰਾਪਣ ਆ ਨਾ
ਉਹਨਾਂ ਦੀ ਅਥਾਰਟੀ ਆ, ਉਹਨੂੰ ਸਤਿਕਾਰ ਵੀ ਕਰੇ ਤੇ ਪ੍ਰਵਾਨ ਵੀ ਕਰੇ। ਬਿਲਕੁਲ ਸੋ ਗੁਰੂ ਸਾਹਿਬ ਨੇ ਸਾਨੂੰ ਇਹ ਸੰਦੇਸ਼ ਦਿੱਤਾ ਜੀ। ਸਿੱਖਾਂ ਵੱਲੋਂ ਕਦੀ ਇਦਾਂ ਦਾ ਆਉਂਦਾ ਵੀ ਨਹੀਂ ਹੈਗਾ ਕਿ ਕਿਸੇ ਨੇ ਨਹੀਂ, ਜਿਹੜਾ ਨਹੀਂ ਹੈ ਆਉਂਦਾ, ਕਿਸੇ ਚੀਜ਼ ਦਾ ਜਿਹੜਾ ਵਿਰੋਧ ਕੀਤਾ ਹੋਵੇ ਜਾਂ ਇਸ ਤਰ੍ਹਾਂ ਦੀ ਗੱਲਬਾਤ ਬਹੁਤ ਆਪਾਂ ਕਹੀ ਕਿ ਦੇਖਣ ਨੂੰ ਨਹੀਂ ਆਈ, ਕਦੀ ਇਦਾਂ ਦਾ ਸਾਹਮਣੇ ਨਹੀਂ ਆਇਆ। ਬਿਲਕੁਲ ਜਿਹੜੀ ਕੌਮ 1699 ਦੀ ਵਿਸਾਖੀ ਨੂੰ ਸਾਜੀ ਗਈ ਆ, ਉਹਦੇ ਵਿੱਚ ਇਹੋ ਹੀ ਖੂਬੀਆਂ ਨੇ। ਉਹ ਤਾਂ ਹੀ ਨਿਆਰੀ ਹੈ, ਉਹ ਤਾਂ ਹੀ ਵੱਖਰੀ ਹੈ ਹਨਾ। ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਕਿਤੇ ਫਿਜ਼ੀਕਲੀ ਵੱਖਰੇ ਆ, ਅਸੀਂ ਕਰੈਕਟਰ ਤੋਂ ਔਰ ਜੀਵਨ ਜਾਂਚ ਤੋਂ ਵੀ ਵੱਖਰੇ ਹੈਗੇ ਆ ਹਨਾ। ਵੀ ਉਹਦੇ ਚੋਂ ਗੁਰੂ ਸਾਹਿਬ ਨੇ ਜਿਹੜੀਆਂ ਮਾਨਤਾਵਾਂ ਸਾਨੂੰ ਦੱਸੀਆਂ ਨੇ, ਉਹਦੇ ਵਿੱਚ ਨਫ਼ਰਤ ਕਰਨਾ ਤਾਂ ਕਿਸੇ ਨੂੰ ਸਿਖਾਇਆ ਹੀ ਨਹੀਂ। ਅਸੀਂ ਇਸ ਤਰ੍ਹਾਂ ਦੀ ਨਫ਼ਰਤ ਨਹੀਂ ਕਰਨੀ ਹੈਗੀ ਹਨਾ। ਸਾਰਿਆਂ ਨੂੰ ਪਿਆਰ ਸਤਿਕਾਰ ਨਾਲ ਉਹਨਾਂ ਦਾ ਬਣਦਾ ਥਾਂ ਹੈਗਾ ਜਿਹੜਾ ਉਹ ਦੇਣਾ ਹੈਗਾ। ਇਹ ਜਿਹੜੀਆਂ ਛੋਟੀਆਂ ਵਲਗਣਾ ਨੇ ਇਹ ਕਿਸੇ ਹੋਰ ਧਿਰ ਦੀਆਂ ਨੇ, ਉਹਨਾਂ ਨੂੰ ਮੁਬਾਰਕ ਹੋਣ, ਪਰ ਸਿੱਖਾਂ ਨੇ ਇਸ ਮਾਮਲੇ ਵਿੱਚ ਕੁਝ ਵੀ ਨਹੀਂ ਕਰਨਾ। ਬਿਲਕੁਲ ਜੀ। ਔਰ ਸਿੱਖਾਂ ਵੱਲੋਂ ਜੇ ਆਪਾਂ ਕਿ ਟੋਲਰੈਂਸ ਵਰਗੇ ਵਰਡ ਦੇ ਜਿਹੜੇ ਹੁਣ ਆਏ ਹੈਗੇ ਆ, ਗੁਰੂ ਸਾਹਿਬ ਨੇ ਜਿਹੜੇ ਨੌਵੇਂ ਪਾਤਸ਼ਾਹ ਨੇ ਉਹਨਾਂ ਨੇ ਸ਼ਹਾਦਤ ਉਹਨਾਂ ਸਮਿਆਂ ਦੇ ਵਿੱਚ ਦੇ ਦਿੱਤੀ ਜਦੋਂ ਕਿਸੇ ਧਰਮ ਦੇ ਉੱਤੇ ਇੰਨੀ ਵੱਡੀ ਔਕੜ ਪਈ ਹੋਈ ਸੀ।